ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ FYI ਮੀਡੀਆ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੁਹਾਨੂੰ ਪਤਾ ਹੈ ਕਿ BC ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨ ਹੋ ਰਹੇ ਨੇ ਤੇ ਪ੍ਰੋਵਿੰਸ਼ੀਅਲ ਇਲੈਕਸ਼ਨਸ ਦੇ ਵਿੱਚ ਜਦੋਂ ਅਸੀਂ ਸਰੀ ਦੀ ਗੱਲ ਕਰਦੇ ਹਾਂ ਤੇ ਇੱਕ ਮੁੱਦਾ ਜਿਹੜਾ ਬਹੁਤ ਅੱਗੇ ਆ ਰਿਹਾ ਹੈਗਾ ਉਹ ਹੈ ਸਰੀ ਪੁਲਿਸ ਤੇ RCMP ਨੂੰ ਲੈ ਕੇ। ਤੁਹਾਨੂੰ ਯਾਦ ਹੋਣਾ ਕਿ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਡਗ ਮਕਲਨ ਨੇ ਜੋ ਚੋਣ ਜਿੱਤੀ ਸੀ ਉਹਦੇ ਵਿੱਚ ਸਭ ਤੋਂ ਟਾਪ ਪ੍ਰਾਇੋਰਟੀ ਉਹਨਾਂ ਦੀ ਇਹੀ ਸੀ ਕਿ ਸਰੀ ਦੇ ਵਿੱਚੋਂ RCMP ਨੂੰ ਹਟਾ ਕੇ ਅਸੀਂ ਸਰੀ ਦੀ ਆਪਣੀ ਪੁਲਿਸ ਸਰੀ ਦੀ ਪੁਲਿਸ ਲੈ ਕੇ ਆਵਾਂਗੇ, ਜਿਵੇਂ ਕਿ ਸਾਡੇ ਕੋਲ ਡੈਲਟਾ ਦੇ ਵਿੱਚ ਦੇਖਦੇ ਹਾਂ, ਅਸੀਂ ਵੈਨਕੂਵਰ ਦੇ ਵਿੱਚ ਦੇਖਦੇ ਹਾਂ ਤੇ ਅਸੀਂ ਐਬਸਫੋਰਡ ਦੇ ਵਿੱਚ ਦੇਖਦੇ ਹਾਂ। ਉਹ ਚਾਹੁੰਦੇ ਨੇ ਕਿ ਸਰੀ ਹੁਣ ਬਹੁਤ ਵੱਡੀ ਜੋ ਸਿਟੀ ਬਣ ਚੱਲਿਆ ਹੈਗਾ ਉਹਦੇ ਲਈ, ਉਹਦੀ ਸੇਫਟੀ ਦੇ ਲਈ, ਕਿਉਂਕਿ ਅਸੀਂ ਨਿਤ ਪ੍ਰਤੀ ਦਿਨ ਦੇਖਦੇ ਹਾਂ ਕਿ ਇੱਥੇ ਗੈਂਗ ਵਾਰਸ ਹੋ ਰਹੀਆਂ ਨੇ, ਨੌਜਵਾਨ ਆਪਣੀਆਂ ਜਾਨਾਂ ਗਵਾ ਰਹੇ ਹੈਗੇ ਨੇ ਤੇ ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਨੇ ਕਿਹਾ ਕਿ ਸਰੀ ਪੁਲਿਸ ਹੋਣੀ ਚਾਹੀਦੀ ਹੈ। ਲੋਕਾਂ ਨੇ ਉਹਨਾਂ ਦੇ ਹੱਕ ਵਿੱਚ ਫਤਵਾ ਦਿੱਤਾ ਤੇ ਉਹ ਚੋਣਾਂ ਜਿੱਤ ਗਈ ਸੀ। ਤੇ ਉਸ ਤੋਂ ਬਾਅਦ ਜਦੋਂ ਅਸੀਂ ਫਿਰ RCMP ਦੀ ਗੱਲ ਕਰਦੇ ਹਾਂ, ਨੈਸ਼ਨਲ ਪੁਲਿਸ ਫੈਡਰੇਸ਼ਨ ਉਹਨਾਂ ਦੇ ਦੁਆਰਾ ਜੋ ਇੱਕ ਸਰਵੇ ਕਰਵਾਇਆ ਗਿਆ ਜਨਵਰੀ ਦੇ ਵਿੱਚ, ਜਿਸ ਦੇ ਵਿੱਚ ਇਹ ਸਾਹਮਣੇ ਆਇਆ ਕਿ 80% ਲੋਕ ਜਿਹੜੇ ਹੁਣ ਚਾਹੁੰਦੇ ਨੇ ਕਿ RCMP ਨੂੰ ਹੀ ਸਰੀ ਦੇ ਵਿੱਚ ਰੱਖਿਆ ਜਾਵੇ, ਸਰੀ ਦੀ ਆਪਣੀ ਪੁਲਿਸ ਨੂੰ ਨਾ ਲਿਆਂਦਾ ਜਾਵੇ। ਉਹਦੇ ਕਈ ਕਾਰਨ ਸੀ ਕਿ ਉਹਨਾਂ ਨੇ ਇਹ ਦੇਖਣਾ ਸੀ ਕਿ ਸਰੀ ਪੁਲਿਸ ਨੂੰ ਟ੍ਰਾਂਜੀਸ਼ਨ ਦੇ ਲਈ ਕੀ ਕੁਝ ਸਾਹਮਣੇ ਆਉਂਦਾ ਹੈ, ਬਜਟ ਕੀ ਹੋਵੇਗਾ, ਉਹ ਟ੍ਰਾਂਜੀਸ਼ਨ ਕਿਸ ਤਰ੍ਹਾਂ ਹੋਵੇਗੀ, ਲੋਕਾਂ ਦੇ ਉੱਤੇ ਕਿਸ ਤਰ੍ਹਾਂ ਦਾ ਭਾਰ ਪਵੇਗਾ। ਸੋ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ। ਉਸ ਨੂੰ ਲੈ ਕੇ ਹੁਣ NPF ਨੈਸ਼ਨਲ ਪੁਲਿਸ ਫੈਡਰੇਸ਼ਨ ਕਹਿ ਰਹੀ ਹੈ ਕਿ ਦੁਬਾਰਾ ਤੋਂ ਜਾਂ ਤਾਂ ਰੈਫਰੈਂਡਮ ਕਰਵਾਇਆ ਜਾਵੇ ਜਾਂ RCMP ਨੂੰ ਰੱਖਿਆ ਜਾਵੇ। ਸਰੀ ਪੁਲਿਸ ਨੂੰ ਲੈ ਕੇ ਜੋ ਉਹਨਾਂ ਦੀਆਂ ਡਿਮਾਂਡਸ ਹੈਗੀਆਂ ਨੇ ਉਹ ਦੱਸੀਆਂ ਜਾਣ। ਪਰ ਹੁਣ ਜਦੋਂ ਪ੍ਰੋਵਿੰਸ਼ੀਅਲ ਇਲੈਕਸ਼ਨ ਆ ਤਾਂ ਫਿਰ ਤੋਂ RCMP ਦਾ ਮੁੱਦਾ ਜਿਹੜਾ ਸਾਹਮਣੇ ਆਇਆ ਹੈਗਾ। ਅਸੀਂ ਤੁਹਾਨੂੰ ਇਨਫੋਰਮੇਸ਼ਨ ਪਹੁੰਚਾਉਂਦੇ ਰਹਿੰਦੇ ਹਾਂ ਕਿ ਕੀ ਕੁਝ ਕਰ ਰਹੀ ਹੈ NPF। ਤੇ ਅੱਜ ਵੀ ਮੇਰੇ ਨਾਲ ਉਹਨਾਂ ਦੇ ਮੀਡੀਆ ਲਾਇਸੈਂਸ ਮਿਸਟਰ ਪਰਮ ਬੇਂਸ ਹੈਗੇ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਿਸਟਰ ਬੇਂਸ, ਵੈਲਕਮ। ਥੈਂਕ ਯੂ। ਜਿਵੇਂ ਮੈਂ ਗੱਲ ਕੀਤੀ ਹੈ ਕਿ ਸਰੀ ਦੀ ਪੁਲਿਸ ਨੂੰ ਲੈ ਕੇ ਤੇ RCMP ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਥੋੜੇ ਜਿਹੇ ਮਹੀਨਿਆਂ ਦੇ ਵਿੱਚ ਕਾਫੀ ਬਾਹਰ ਆਈਆਂ ਨੇ ਕਿ ਲੋਕ ਹੁਣ ਕਹਿ ਰਹੇ ਨੇ ਕਿ ਸਰੀ ਨੂੰ RCMP ਦੀ ਲੋੜ ਹੈਗੀ ਹੈ, RCMP ਨੂੰ ਹੀ ਰੱਖਿਆ ਜਾਵੇ ਸਰੀ ਦੇ ਵਿੱਚ। ਹੁਣ ਉਹਨਾਂ ਨੂੰ ਲੈ ਕੇ ਪਹਿਲਾਂ ਨਵੀਆਂ ਫਾਈਂਡਿੰਗਸ ਕੀ ਨੇ? ਨਵੀਆਂ ਫਾਈਂਡਿੰਗਸ ਹੁਣ ਤੁਹਾਡੇ ਸਾਹਮਣੇ ਤੱਕ ਕਈ ਕੁਛ ਆ ਚੁੱਕਾ ਹੈ। ਆਪਾਂ ਪੋਲਸ ਵੀ 3 ਦੇਖ ਚੁੱਕੇ ਹਾਂ। ਉਹ ਪੋਲਸ ਜਿਹੜੇ ਹੁੰਦੇ ਆ ਉਹਨਾਂ ਨੂੰ ਐਨ ਐਕਿਊਰੇਸੀ ਦੇ ਨਾਲ ਤਾਂ ਆਪਾਂ ਕੁਐਸਚਨ ਕਰ ਸਕਦੇ ਹਾਂ, ਡਿਬੇਟ ਕਰ ਸਕਦੇ ਵੀ ਇਹਦੀ ਪੋਲ ਦੀ ਕਿੰਨੀ ਐਕਿਊਰੇਸੀ ਹੁੰਦੀ ਆ। ਪਰ ਇੱਕ ਚੀਜ਼ ਆਪਾਂ ਨੂੰ ਜ਼ਰੂਰ ਦੇਖਣਾ ਪੈਂਦਾ ਆ ਵੀ ਉਹਦਾ ਜਿਹੜਾ ਟ੍ਰੈਂਡ ਹੁੰਦਾ ਆ ਉਹ ਸੇਮ ਆ ਜਾਂ ਕਿੱਦਾਂ ਆ, ਉਹ ਹਿਲਦਾ ਆ ਜਾਂ ਨਹੀਂ। ਸੋ ਟ੍ਰੈਂਡ ਸਾਡੇ ਸਾਹਮਣੇ ਇਹ ਆ ਰਿਹਾ ਸੀ ਕਾਫੀ ਵੀ ਜਿਹੜੀ ਲੋਕ ਆ, ਰੈਜ਼ੀਡੈਂਟਸ ਆਪਣੇ ਸਰੀ ਦੇ ਆ, ਉਹ ਚਾਹੁੰਦੇ ਵੀ ਇਸ ਗੱਲ 'ਤੇ ਮੁੜ ਕੇ ਰੈਫਰੈਂਡਮ ਹੋਣੀ ਚਾਹੀਦੀ ਹੈ। ਬਿਕਾਜ਼ ਇਹ ਹਾਲੇ ਤੱਕ ਜਿਹੜੇ ਸਵਾਲ ਕਿੰਨੇ ਉੱਠਦੇ ਸੀ ਵੀ ਉਹ ਸਾਹਮਣੇ ਨਹੀਂ ਆਏ, ਉਹਨਾਂ ਦੇ ਜਵਾਬ ਨਹੀਂ ਕੋਈ ਆਇਆ। ਫੰਡਿੰਗ ਕਿੰਨੀ ਹੋਊਗੀ, ਟ੍ਰਾਂਜੀਸ਼ਨ ਦੀ ਕਿੱਦਾਂ ਜਿਹੜੀ ਪ੍ਰੋਸੈਸ ਆ ਟ੍ਰਾਂਜੀਸ਼ਨ ਦੀ, ਉਹੀ ਜਿਹੜੇ ਸਵਾਲ ਅਸੀਂ ਨੈਸ਼ਨਲ ਪੁਲਿਸ ਫੈਡਰੇਸ਼ਨ ਨੇ ਉਠਾਏ ਸੀ, ਉਹੀ ਪੁਲਿਸ ਬੋਰਡ ਨੇ ਜਦੋਂ ਅਪੋਇੰਟ ਕੀਤੀ ਗਈ ਸੀ ਉਹਨਾਂ ਨੇ ਵੀ ਉਠਾਏ ਫਿਰ। ਸੋ ਹਾਲੇ ਤੱਕ ਪੁਲਿਸ ਬੋਰਡ ਦੀਆਂ 2 ਮੀਟਿੰਗਸ ਹੋ ਚੁੱਕੀਆਂ। ਉਹਨਾਂ ਦੇ ਵਿੱਚ ਪਹਿਲੀ ਪੁਲਿਸ ਬੋਰਡ ਦੀ ਮੀਟਿੰਗ 'ਤੇ ਪਤਾ ਲੱਗਾ ਸੀ ਵੀ ਆਪਾਂ ਨੂੰ ਵੀ ਜਿਹੜਾ ਫੰਡਿੰਗ ਦਾ ਇਹਦਾ ਖਰਚਾ ਆ ਪੁਲਿਸ ਦੀ ਟ੍ਰਾਂਜੀਸ਼ਨ ਨੂੰ, ਜੇ ਤੁਸੀਂ ਕੰਪੇਅਰ ਕਰਦੇ ਆ RCMP ਵਰਸਸ ਸਰੀ ਪੁਲਿਸ, ਉਹਦਾ ਫਰਕ ਕੀ ਹੋਊਗਾ ਜੇ ਕੰਪੇਅਰ ਸਾਈਡ ਬਾਈ ਸਾਈਡ ਕਰਦੇ। ਉਹ ਉਦੋਂ ਆਪਣੇ ਸਿਟੀ ਦੇ ਅਫੀਸ਼ੀਅਲ ਟੇਰੀ ਵਾਟਰ ਹਾਊਸ ਉਹਨਾਂ ਨੇ ਕਿਹਾ ਸੀ ਵੀ ਉਹ ਸਾਡੇ ਕੋਲ ਇਨਫੋਰਮੇਸ਼ਨ ਹਾਲੇ ਹੈ ਨਹੀਂ, ਅਸੀਂ ਦੇਵਾਂਗੇ। ਤਾਂ ਮੇਰੇ ਹੁਣ ਪਤਾ ਲੱਗਦਾ ਵੀ ਸ਼ਾਇਦ ਉਹ ਨਵੰਬਰ ਤੱਕ ਮਿਲੂਗੀ। ਹਾਲੇ ਤੱਕ ਉਹ ਆਪਾਂ ਨੂੰ ਵੇਟ ਕਰਨੀ ਪੈਣੀ ਉਹਦੇ ਲਈ। ਬਾਕੀ ਜਿਹੜੇ ਆਪਣੇ ਪੁਲਿਸ ਬੋਰਡ ਤੇ ਚੀਫ ਹਾਰਲੀ ਚੈਪਲ ਹੋਣਾ ਹੀ ਸੀਗੇ, ਫਰਸਟ ਨੇਸ਼ਨਸ ਦੇ ਲੀਡਰ ਆ, ਉਹਨਾਂ ਨੇ ਪੁੱਛਿਆ ਸੀ ਵੀ ਉਹਨਾਂ ਨੇ ਸੈਕਿੰਡ ਮੀਟਿੰਗ 'ਤੇ ਕਿਹਾ ਵੀ ਜਿਹੜੀ ਕੰਸਲਟੇਸ਼ਨ ਆ ਵੀ ਉਹ ਵੀ ਨਹੀਂ ਸਾਡੀ ਫਰਸਟ ਨੇਸ਼ਨਸ ਗਰੁੱਪਸ ਦੇ ਨਾਲ ਹੋਈ। ਸੋ ਆਪਾਂ ਨੂੰ ਇਹ ਸਟੈਟਿਸਟਿਕਲੀ ਦੇਖਣਾ ਪੈਂਦਾ ਆ ਵੀ ਜਿਹੜਾ ਪੁਲਿਸ ਦਾ ਮਸਲਾ ਆ, ਜੇ ਆਪਾਂ ਸੇਫਟੀ ਦੀ ਗੱਲ ਕਰ ਰਹੇ ਹਾਂ, ਆਪਾਂ ਲੋਕਾਂ ਦੀ ਰਾਖੀ ਦੀ ਗੱਲ ਕਰ ਰਹੇ ਹਾਂ, ਫਰਸਟ ਨੇਸ਼ਨਸ ਪਾਰਟਨਰ ਉਹਨਾਂ ਨੂੰ ਪਾਰਟਨਰਸ਼ਿਪ ਦੇ ਵਿੱਚ ਲਿਆਉਣਾ ਪੈਣਾ ਆ। ਉਹਨਾਂ ਦੇ ਫੈਮਲੀਜ਼ ਦੇ ਵਿੱਚ ਇਹ ਜਿਹੜਾ ਇਸ਼ੂ ਆ ਨੰਬਰਸ ਵਾਈਜ਼ ਆਪਣਾ ਜੇ ਸਟੈਟਿਸਟਿਕਸ ਦੇਖੀਏ, ਉਹਨਾਂ ਦੇ ਪੁਲਿਸ ਇੰਟਰੈਕਸ਼ਨਸ ਲੈਵਲ ਹਾਈ ਬਹੁਤ ਹੁੰਦੇ ਆ। ਸੋ ਉਹ ਵੀ ਖਾਸ ਕਰਕੇ ਚਾਹੁੰਦੇ ਵੀ ਸਾਨੂੰ ਵੀ ਟੇਬਲ 'ਤੇ ਬਹਿ ਕੇ ਸਾਡੇ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਆ। ਤਾਂ ਉਹਨਾਂ ਨੇ ਕਿਹਾ ਵੀ ਨਹੀਂ ਕੀਤੀ। ਸੋ ਉਸ ਤੋਂ ਪਹਿਲਾਂ ਆਪਾਂ ਵੀ ਗੱਲਬਾਤ ਕਰ ਚੁੱਕੇ ਹਾਂ ਵੀ ਜਿਹੜੇ ਸਰਵਿਸ ਪ੍ਰੋਵਾਈਡਰਸ ਹੈਗੇ ਆ, ਜਿਹੜੇ ਆਪਾਂ ਨੂੰ ਸਹੂਲਤਾਂ ਦਿੰਦੇ ਆ, ਆਪਾਂ ਨੂੰ ਜਿਹੜੀ ਸੇਵਾਵਾਂ ਮਿਲਦੀਆਂ ਆ, ਉਹਨਾਂ ਦੇ ਨਾਲ ਨਹੀਂ ਪਹਿਲਾਂ ਕੰਸਲਟੇਸ਼ਨ ਹੋਈ। ਸੋ ਕਈ ਗੱਲਾਂ ਬਾਤਾਂ ਆਪਾਂ ਕਰ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਇਸ ਹੁਣ ਅੱਜ ਇਹ ਮੁੜ ਕੇ ਫਿਰ ਆਪਣੇ ਸਾਹਮਣੇ ਗੱਲ ਆ ਰਹੀ ਆ ਵੀ ਜਿਹੜੇ ਸਵਾਲ ਹਾਲੇ ਵੀ
ਪੂਰੇ ਨਹੀਂ ਆਪਣੇ ਸਾਹਮਣੇ ਆਏ ਤਾਂ ਪੋਜ਼ ਦਾ ਜਿਹੜਾ ਰਿਜ਼ਲਟ ਹੈਗਾ ਆ ਉਸੇ ਕਰਕੇ ਹਾਲੇ ਇਨਫੋਰਮੇਸ਼ਨ ਸਾਰੀ ਟ੍ਰਾਂਜੀਸ਼ਨ ਦੀ ਨਹੀਂ ਆਈ ਸਾਹਮਣੇ। ਜੀ ਜੀ ਬਿਲਕੁਲ ਮਿਸਟਰ ਬੇਨਸ, ਤੁਸੀਂ ਪੂਰਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੱਸਿਆ ਕਿ ਕੀ ਕੁਝ ਹੋ ਚੁੱਕਿਆ ਹੈਗਾ, ਪਰ ਹੁਣ ਜੇ ਅੱਜ ਦੀ ਗੱਲ ਕਰੀਏ ਤਾਂ ਹੁਣ ਸਾਡੇ ਸਾਹਮਣੇ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੈਗੇ ਨੇ, ਉਹਨਾਂ ਦੇ ਵਿੱਚ ਹੁਣ ਜੇ ਐਨਡੀਪੀ ਦੀ ਗੱਲ ਕਰੀਏ ਜਿਹੜੀ ਐਗਜ਼ਿਸਟਿੰਗ ਵੀ 3 ਸਾਲ ਰਹੀ ਆ, ਉਹਨਾਂ ਨੇ ਕਿਹਾ ਕਿ ਜੋ ਮਿਊਨਿਸਪਲ ਦਾ ਨੇ ਕਿਹਾ ਹੈਗਾ ਅਸੀਂ ਉਹਨਾਂ ਦਾ ਸਾਥ ਦੇਵਾਂਗੇ, ਜੋ ਮਿਊਨਿਸਪੈਲਿਟੀਜ਼ ਚਾਹੁੰਦੀਆਂ ਨੇ ਅਸੀਂ ਉਹਨਾਂ ਨੂੰ ਫੰਡਿੰਗ ਪ੍ਰੋਵਾਈਡ ਕਰਨੀ ਹੁੰਦੀ ਆ ਤਾਂ ਉਹਨਾਂ ਨੇ ਤਾਂ ਕਿਹਾ ਕਿ ਅਸੀਂ ਉਹਨਾਂ ਦੇ ਨਾਲ ਹੈਗੇ ਆ, ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਾਂ ਪਿਛਲੇ ਸਮੇਂ ਦੇ ਵਿੱਚ ਇਹ ਵੀ ਦੇਖਿਆ ਸੀ ਕਿ ਉਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਸੀਗੀ, ਇੱਕ ਪੂਰੇ ਲੋਕ ਜਿਹੜੇ ਹਾਇਰ ਕਰ ਦਿੱਤੇ ਸੀਗੇ ਆਫੀਸਰਸ ਕਿ ਉਹਨਾਂ ਨੇ ਅੱਗੇ ਚੀਫ ਨੂੰ ਹਾਇਰ ਕਰਨਾ ਹੈਗਾ ਹੈ, ਕਮੇਟੀ ਬਣ ਗਈ ਸੀਗੀ ਕਿ ਅੱਧ ਤੋਂ ਜ਼ਿਆਦਾ ਉਹ ਕਹਿ ਰਹੇ ਸੀ ਕਿ ਪੁਲਿਸ ਜਿਹੜੀ ਹੈਗੀ ਆ ਮਿਊਨਿਸਪਲ ਜਿਹੜੀ ਕਾਉਂਸਲ ਹੈਗੀ ਆ ਉਹ ਕਹਿ ਰਹੀ ਸੀ ਕਿ ਹੁਣ ਜਿਹੜੀ ਸਰੀ ਦੀ ਪੁਲਿਸ ਆਪਣੀ ਆ ਜਾਏਗੀ ਅਗਲੇ ਸਾਲ ਅਪ੍ਰੈਲ ਤੱਕ ਮਾਰਚ ਤੱਕ, ਪਰ ਹੁਣ ਜਦੋਂ ਹੁਣ ਇਲੈਕਸ਼ਨਸ ਆ ਗਈਆਂ ਨੇ ਉਹ ਸਰਕਾਰ ਨਹੀਂ ਰਹੀ ਤੇ ਜਿਹੜੀ ਆਪੋਜੀਸ਼ਨ ਹੈਗੀ ਆ ਲਿਬਰਲਸ ਉਹ ਕਹਿ ਰਹੇ ਹੈਗੇ ਨੇ ਕਿ ਅਸੀਂ ਜੇ ਇਲੈਕਟ ਹੁੰਦੇ ਆ ਤਾਂ ਸਰੀ ਦੇ ਵਿੱਚ ਉਹਨਾਂ ਦੀ ਪੁਲਿਸ ਦੇ ਲਈ ਅਸੀਂ ਰੈਫਰੈਂਡਮ ਕਰਾਵਾਂਗੇ। ਵਾਟਸ ਯੂਅਰ ਟੇਕ ਔਨ ਦੈਟ? ਅਸੀਂ ਹੁਣ ਨੈਸ਼ਨਲ ਪੁਲਿਸ ਫੈਡਰੇਸ਼ਨ ਵੱਲੋਂ ਮੈਂ ਦੱਸ ਸਕਦਾ ਵੀ ਅਸੀਂ ਤਾਂ ਇਸ ਡਿਸੀਜਨ ਦੇ ਨਾਲ ਅਸੀਂ ਵੈਸੇ ਹੈਪੀ ਹੈਗੇ ਆ ਬਿਕਾਜ਼ ਅਸੀਂ ਮੁੜ ਤੋਂ ਕਹਿ ਰਹੇ ਹਾਂ ਵੀ ਜਿਹੜਾ ਇਹ ਜਿੱਥੇ ਤੱਕ ਲੋਕਾਂ ਦੀ ਆਵਾਜ਼ ਆ ਰਾਈਟ ਉਹਨਾਂ ਨੇ ਇਹ ਸਵਾਲ ਉਠਾਏ ਜੀ, ਫਿਰ ਅਸੀਂ ਵੀ ਸਵਾਲ ਉਠਾਏ, ਬਾਕੀ ਹੁਣ ਪੁਲਿਸ ਬੋਰਡ ਨੇ ਵੀ ਸਵਾਲ ਉਠਾਏ, ਜਿਹੜੀ ਪੁਲਿਸ ਬੋਰਡ ਪ੍ਰੋਵਿੰਸ ਨੇ ਬਣਾਈ ਆ ਹੈ ਨਾ। ਸੋ ਲੋਕੀ ਹੁਸ਼ਿਆਰ ਆ, ਉਹਨਾਂ ਨੂੰ ਪਤਾ ਵੀ ਸਾਡੇ ਸ਼ਹਿਰ ਦੇ ਵਿੱਚ ਜੇ ਕੋਈ ਚੇਂਜ ਆ ਰਹੀ ਆ, ਹੁਣ ਸ਼ਾਇਦ ਉਹਨਾਂ ਨੇ ਪਹਿਲਾਂ ਜਦੋਂ ਉਹਨਾਂ ਨੇ ਪੁਲਿਸ ਟ੍ਰਾਂਜੀਸ਼ਨ ਲਈ ਜਿੱਦਾਂ ਤੁਸੀਂ ਕਿਹਾ ਵੀ ਪਹਿਲਾ ਇਲੈਕਸ਼ਨ ਹੋ ਚੁੱਕਾ ਉਸ ਟਾਈਮ ਸਾਰਿਆਂ ਨੇ ਕਿਹਾ ਸੀ ਵੀ ਓਕੇ ਆਹ ਪਾਰਟੀ ਨੇ ਸਾਨੂੰ ਸਾਹਮਣੇ ਜਿਹੜਾ ਇਸ਼ੂ ਆਫ ਪੁਲਿਸਿੰਗ ਦਾ ਆ ਇਹਨਾਂ ਨੇ ਮੁੜ ਤੇ ਲਿਆਂਦਾ ਆ, ਸੋ ਉਹਨੂੰ ਅਸੀਂ ਫੋਲੋ ਕਰਨਾ ਚਾਹੁੰਦੇ। ਪਰ ਲੋਕਾਂ ਨੇ ਇਹ ਵੀ ਉਦੋਂ ਉਹਨਾਂ ਦੇ ਮਨ ਦੇ ਵਿੱਚ ਤਾਂ ਇਹ ਗੱਲ ਸੀ ਵੀ ਇਹ ਟ੍ਰਾਂਜੀਸ਼ਨ ਹੋ ਕਿੱਦਾਂ ਵੀ ਸਾਨੂੰ ਕੋਈ ਗੱਲ ਸਾਡੀ ਜਿਹੜੀ ਪੁਲਿਸ ਨਵੀਂ ਆਊਗੀ ਵੀ ਉਹ ਬਿਹਤਰ ਕਿੱਦਾਂ ਹੋਊਗੀ, ਉਹ ਸਾਡੇ ਸਾਹਮਣੇ ਤਾਂ ਕੁਝ ਦੱਸੋ। ਜੇ ਹੁਣ ਆਪਾਂ ਦੇਖੀਏ ਆਪਾਂ ਹੁਣ ਘਰ ਦੇ ਵਿੱਚ ਕੋਈ ਡਿਸੀਜਨ ਬਣਾਉਂਦੇ ਆ, ਆਪਾਂ ਟਰੱਕ ਲੈਣਾ ਆ ਜਾਂ ਕੋਈ ਵੀ ਚੀਜ਼ ਆਪਾਂ ਫਰਨੀਚਰ ਲੈਂਦੇ ਆ ਜਾਂ ਆਪਾਂ ਪਹਿਲਾਂ ਦੇਖਦੇ ਆ ਵੀ ਓਕੇ ਇਹਦੀ ਵਾਰੰਟੀ ਕਿੰਨੀ ਆ, ਇਹਦੇ ਕਿੰਨਾ ਟਾਈਮ ਲਾਸਟ ਹੋਊਗਾ, ਇਹ ਸਾਨੂੰ ਗਾਹਾਂ ਕੋਈ ਮੁਸ਼ਕਲਾਂ ਨਾ ਆਉਗੀਆਂ ਰਾਈਟ। ਸੋ this is a very important decision for this city। ਜੇ ਆਪਾਂ ਪੁਲਿਸ ਨਵੀਂ ਲਿਆਉਣੀ ਆ ਰਾਈਟ, ਉਹ ਆਪਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ, ਪੂਰੀ ਰਿਪੋਰਟ ਹੋਣੀ ਚਾਹੀਦੀ ਹੈ ਵੀ ਇਹ ਇੱਦਾਂ ਇਹਦੀ ਪੁਲਿਸਿੰਗ ਮਾਡਲ ਜਿਹੜਾ ਹੈਗਾ ਆ ਆਹ ਆ, ਇਹ ਸਾਡੀ ਟਾਰਗੇਟ ਹੈਗੀ ਆ ਵੀ ਅਗਲੇ 5 ਸਾਲਾਂ ਦੇ ਵਿੱਚ ਅਸੀਂ ਕ੍ਰਾਈਮ ਨੂੰ ਇੰਨਾ ਥੱਲੇ ਲਿਆਉਂਗੇ, ਅਸੀਂ ਇੱਦਾਂ ਆਹ ਟਾਰਗੇਟ ਹੋਊਗਾ ਸਾਡਾ, ਅਸੀਂ ਇੰਨੇ ਪੁਲਿਸ ਆਫਿਸਰਸ ਤੁਹਾਡੇ ਸਟਰੀਟਸ ਦੇ ਵਿੱਚ ਹੋਣਗੇ, ਆਪਣੇ ਪੈਟਰੋਲਿੰਗ ਕਿੱਦਾਂ ਹੋਊਗੀ, ਵੀ ਹੈਵ ਨਥਿੰਗ। ਸੋ ਹੁਣ ਜੇ ਸਾਡੇ ਆਪਣੇ ਹੁਣ ਆਈ ਅੰਡਰਸਟੈਂਡ ਹੁਣ ਇਲੈਕਸ਼ਨ ਆਪਣੇ ਸਾਹਮਣੇ ਆ ਗਈ ਹੁਣ, ਸੋ ਇੱਕ ਪਾਰਟੀ ਨੇ ਕਹਿਤਾ ਵੀ ਰੈਫਰੈਂਡਮ ਕਰੂੰਗੇ, ਸਾਡੇ ਮਨ ਦੇ ਵਿੱਚ ਉਹ ਕਰੈਕਟ ਚੋਇਸ ਹੈਗੀ ਆ ਕਰਕੇ ਲੋਕਾਂ ਨੂੰ ਹੁਣ ਮੁੜ ਕੇ ਉਹਨਾਂ ਨੇ ਆਪਣਾ ਐਨ ਸੋਚ ਸਮਝ ਕੇ ਡਿਸੀਜਨ ਬਣਾਉਣੀ ਆ ਰਾਈਟ। ਹੁਣ ਨਾਲੇ ਰੈਫਰੈਂਡਮ ਦੇ ਵਿੱਚ ਇਹ ਵੀ ਸਾਹਮਣੇ ਆਊਗਾ ਵੀ ਗੱਲ ਸਾਹਮਣੇ ਆਊਗੀ ਵੀ ਓਕੇ ਪੂਰੀ ਇਨਫੋਰਮੇਸ਼ਨ ਮੋਰੇ ਆਊਗੀ। ਸੋ ਜਿੱਥੇ ਤੱਕ ਸਾਨੂੰ ਸਮਝ ਹੈਗੀ ਹੈ ਇਸ ਵੇਲੇ ਨੈਸ਼ਨਲ ਪੁਲਿਸ ਫੈਡਰੇਸ਼ਨ ਨੂੰ ਜਿਹੜਾ ਅਨਾਊਂਸਮੈਂਟ BC ਲਿਬਰਲ ਪਾਰਟੀ ਨੇ ਕੀਤਾ ਆ, ਉਹਨਾਂ ਨੇ ਕਿਹਾ ਵੀ ਅਸੀਂ ਸਾਰੀ ਇਨਫੋਰਮੇਸ਼ਨ ਮੋਰੇ ਲਿਆਉਂਗੇ, ਇਹਦਾ ਕਾਸਟਿੰਗ ਫੰਡਿੰਗ ਇਹਦੀ ਫੀਜ਼ੀਬਿਲਿਟੀ ਵਗੈਰਾ ਹੋਊਗੀ, ਲੋਕੀ ਫਿਰ ਉਹਨੂੰ ਦੇਖ ਕੇ ਸਟੱਡੀ ਕਰਕੇ ਐਂਡ ਡਿਸੀਜਨ ਬਣਾ ਸਕਦੇ ਆ। ਜਿਵੇਂ ਆਪਾਂ ਰੈਫਰੈਂਡਮ ਦੀ ਗੱਲ ਕਰ ਰਹੇ ਆ ਮਿਸਟਰ ਬੇਨਸ ਕਿ ਰੈਫਰੈਂਡਮ ਹੋਊਗਾ, ਰੈਫਰੈਂਡਮ ਦੁਆਰਾ ਹੋਣਾ ਚਾਹੀਦਾ, ਪਰ ਜਿਹੜੇ ਲੋਕ ਸਰੀ ਪੁਲਿਸ ਦੀ ਮੰਗ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਰੈਫਰੈਂਡਮ ਦੀ ਲੋੜ ਨਹੀਂ, ਕਿਉਂਕਿ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਡਗ ਮਕਲਨ ਨੂੰ ਇਸੇ ਲਈ ਜਿਤਾਇਆ ਸੀ, ਉਹਨਾਂ ਦੀ ਸਲੇਟ ਨੂੰ ਇਸੇ ਲਈ ਜਿਤਾਇਆ ਸੀ ਕਿਉਂਕਿ ਉਹਨਾਂ ਦੀ ਨੰਬਰ 1 ਪ੍ਰਾਇੋਰਟੀ ਇਹ ਸੀ ਕਿ ਅਸੀਂ ਸਰੀ ਦੀ ਆਪਣੀ ਪੁਲਿਸ ਲੈ ਕੇ ਆਵਾਂਗੇ। ਹੁਣ ਰੈਫਰੈਂਡਮ ਕਿਉਂ? ਬਿਕਾਜ਼ ਲੋਕੀ ਚਾਹੁੰਦੇ ਆ, ਸਿੰਪਲ ਐਜ਼ ਦੈਟ। ਜੇ ਆਪਾਂ ਹੁਣ ਪੋਲਿੰਗ ਤੋਂ ਦੇ ਮੁਤਾਬਿਕ ਦੇਖੀਏ ਜਾਂ ਆਪਾਂ ਜਿਹੜੀ ਆਵਾਜ਼ ਲੋਕੀ ਉਠਾ ਰਹੇ ਆ ਇਸ ਵੇਲੇ, ਤੁਹਾਨੂੰ ਪਤਾ ਆ ਸਾਰੇ ਤੁਸੀਂ ਸਰੀ ਦੇ ਵਿੱਚ ਅਰਾਊਂਡ ਜਾਓ, ਕੀਪ ਦੀ RCMP ਸਾਈਨ ਸਾਰੇ ਲੱਗੇ ਆ ਰਾਈਟ। ਸੋ ਇਟਸ ਓਵਰਵੈਲਮਿੰਗ ਆ
ਤਾਂ ਜੇ ਤੁਸੀਂ ਇੱਕ ਵੀ ਹੋਰ ਗੱਲ ਦੇਖੋ, ਜੀ। ਜਦੋਂ ਇਹ ਅਨਾਉਂਸਮੈਂਟ ਬਣ ਚੁੱਕੀ ਸੀ ਫਰਮ ਦੀ BC ਲਿਬਰਲ ਪਾਰਟੀ ਵੀ ਰੈਫਰੈਂਡਮ ਹੋਣਾ ਚਾਹੀਦਾ ਆ, ਜੀ। ਉਸ ਅਨਾਉਂਸਮੈਂਟ ਨੂੰ ਸਪੋਰਟ ਕਾਫੀ ਲੋਕਾਂ ਨੇ ਕੀਤਾ, ਰਾਈਟ। ਜੇ ਤਾਂ ਫੋਲੋਇੰਗ ਡੇ ਇਹ ਸਾਹਮਣੇ ਆ ਜਾਂਦਾ ਪਏ ਜਿਹੜੇ ਆਪਾਂ ਨੂੰ ਸਹੂਲਤਾਂ ਸੇਵਾਵਾਂ ਮਿਲਦੀਆਂ ਆ, ਸਰਵਿਸ ਪ੍ਰੋਵਾਈਡਰ, ਜੇ ਉਹ ਸਾਰੇ ਸਾਹਮਣੇ ਆਉਣ ਪਈ, ਮੋਰੇ ਆ ਕੇ ਆਵਾਜ਼ ਉਠਾ ਕੇ ਕਹਿੰਦੇ ਪਏ ਨੋ 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 ਰੈਫਰੈਂਡਮ ਨਹੀਂ ਹੋਣਾ ਚਾਹੀਦਾ, ਫਿਰ ਤਾਂ ਆਪਾਂ ਕਹਿ ਸਕਦੇ ਹਾਂ ਹੁਣ ਪਈ ਨਹੀਂ ਹੋਣਾ ਚਾਹੀਦਾ। ਨੈਕਸਟ ਡੇ after they announced it, everybody was saying satisfied pay okay, ਹੁਣ ਸਾਡੇ at least ਸਾਡੀ ਆਵਾਜ਼ ਇੱਕ ਪਾਰਟੀ ਨੇ ਤਾਂ at least ਸੁਣੀ ਆ, ਸੋ ਅਸੀਂ ਹੁਣ ਇਹਨੂੰ ਇਸ ਗੱਲ ਨੂੰ ਧਿਆਨ ਦੇ ਨਾਲ ਇਨਫੋਰਮੇਸ਼ਨ ਸਾਹਮਣੇ ਆਊਗੀ, ਉਹ ਦੇਖ ਕੇ ਅਸੀਂ ਡਿਸੀਜਨ ਬਣਾ ਸਕਦੇ ਹਾਂ। ਇਟਸ ਇਨ ਦ ਪੀਪਲਸ ਹੈਂਡਸ, ਰਾਈਟ। ਹੁਣ ਜੇ ਅਸੀਂ ਸਰੀ ਪੁਲਿਸ ਦੇ EMPLOYEES ਦੀ ਗੱਲ ਕਰੀਏ ਤਾਂ ਸਰੀ ਦੇ ਵਿੱਚ ਜਿਹੜੇ ਰਹਿਣ ਵਾਲੇ ਹੈਗੇ ਉਹ ਕਿੰਨੇ ਪੁਲਿਸ ਕਰਮੀ ਹੈਗੇ, ਕਿੰਨੇ ਆਫੀਸਰਸ ਹੈਗੇ ਨੇ? Surrey RCMP ਦੇ ਵਿੱਚ ਜੀ। So exact number I'm not sure, but mostly large majority ਜਿਹੜੀ ਆ ਆਪਣੇ RCMP ਦੀ ਸਟਾਫ 800 ਮੈਂਬਰਸ ਆਪਣੇ ਹੈਗੇ ਆ ਪੁਲਿਸਿੰਗ ਦੇ, ਬਾਕੀ ਐਡਮਿਨਿਸਟ੍ਰੇਟਿਵ ਸਟਾਫ ਵਗੈਰਾ ਹੈਗੇ ਆ, ਉਹ ਸਾਰੇ ਆਪਣੇ ਰੀਜਨਲ ਏਰੀਆ ਦੇ ਵਿੱਚ ਰਹਿੰਦੇ ਆ। ਸੋ ਉਹਨਾਂ ਨੂੰ ਵੀ ਆਪਣੇ ਗਾਹਾਂ ਉਹਨਾਂ ਨੇ ਦੇਖਣਾ ਆ ਵੀ ਸਾਡਾ ਫਿਊਚਰ ਕੀ ਹੈਗਾ ਆ। ਸੋ ਇਹ ਗੱਲ ਵੀ ਆਪਾਂ ਕਰ ਚੁੱਕੇ ਹਾਂ ਪਹਿਲਾਂ। ਹੁਣ ਜੇ ਤਾਂ ਆਪਾਂ ਇੱਕ ਹੋਰ ਇੰਟਰਨਲ ਸਰਵੇ ਜਿਹੜਾ ਕੀਤਾ ਗਿਆ ਸੀ RCMP ਮੈਨੇਜਮੈਂਟ ਨੇ, ਉਹਦੇ ਤੋਂ ਗੱਲ ਸਾਹਮਣੇ ਕਲੀਅਰ ਆਈ ਸੀਗੀ, ਆਪਣੇ ਬਹੁਤ ਨੰਬਰ ਆਪਣਾ ਜਿਹੜਾ ਸੀਗਾ ਸਿਰਫ 100 ਆਫਿਸਰ ਕਹਿੰਦੇ ਸੀ ਅਸੀਂ ਰੈਡੀ ਹਾਂ ਸਰੀ ਪੁਲਿਸ ਲਈ ਕੰਮ ਕਰਨ ਲਈ। ਸੋ ਉਹ ਵੀ ਹੁਣ ਬਿਗ ਆਪਣਾ ਇਸ਼ੂ ਆਪਾਂ ਨੂੰ ਦੇਖਣਾ ਪੈਣਾ। ਮਾਰਚ 31 ਨੂੰ ਜੇ ਇਹ ਕੰਟਰੈਕਟ ਮੁੱਕਦਾ ਆ, 100 ਸਿਰਫ 100 ਆਪਣੇ ਆਫਿਸਰਸ ਤਿਆਰ ਆ ਇੱਥੇ ਕੰਮ ਕਰਨ ਲਈ ਸਰੀ ਪੁਲਿਸ ਲਈ, ਉਹ ਬਾਕੀ ਦੇ ਕਿੱਥੋਂ ਆਫਿਸਰਸ ਆਉਣਗੇ? ਤੁਸੀਂ ਦੱਸਿਆ ਕਿ 800 ਪਲੱਸ ਆਫਿਸਰਸ ਹੈਗੇ ਆ ਨਾਲ ਜਿਹੜੇ ਹੋਰ ਕੰਮ ਕਰਦੇ ਆ, ਤੇ ਕੁੱਲ ਮਿਲਾ ਕੇ ਜੇ 1000 ਤੱਕ ਕਹੀਏ ਕਿ ਇੱਥੇ ਲੋਕ ਆਫਿਸਰਸ ਜਿਹੜੇ ਹੈਗੇ ਨੇ, ਉਹਨਾਂ ਦੇ ਵਿੱਚੋਂ ਹੁਣ 100 ਲੋਕ ਇਹ ਕਹਿ ਰਹੇ ਨੇ, 100 ਆਫਿਸਰਸ ਇਹ ਕਹਿ ਰਹੇ ਨੇ ਕਿ ਅਸੀਂ ਸਰੀ ਪੁਲਿਸ ਦੇ ਨਾਲ ਕੰਮ ਕਰਾਂਗੇ, ਪਰ ਜੇ ਹੁਣ ਰਹਿੰਦੇ 800 ਹੀ ਲਗਾ ਕੇ ਚੱਲੀਏ, ਸੋ 800 ਤੁਹਾਨੂੰ ਕੀ ਲੱਗਦਾ ਕਿ ਵੋਟਾਂ ਹੁਣ ਲਿਬਰਲ ਪਾਰਟੀ ਦੇ ਹੱਕ 'ਚ ਜਾਣਗੀਆਂ? ਇਹ ਤਾਂ ਹੁਣ ਉਹਨਾਂ ਨੂੰ ਪੁੱਛਣਾ ਪਊਗਾ। ਇਹ ਤਾਂ ਜਿਹੜਾ ਵੋਟਾਂ ਦਾ ਮਸਲਾ ਹੁੰਦਾ ਆ, ਜਿਹੜਾ ਇਲੈਕਸ਼ਨਸ ਜਿਹੜੇ ਹੁੰਦੇ ਆ, ਉਹ ਲੋਕੀ ਇੱਥੇ ਆਈ ਨੋ, ਮੈਨੂੰ ਫਰਮ ਮੇਰੇ ਐਕਸਪੀਰੀਅੰਸ ਤੋਂ ਮੈਨੂੰ ਪਤਾ ਵੀ ਲੋਕਾਂ ਨੇ ਜਿਹੜੀ ਆਵਾਜ਼ ਉਹਨਾਂ ਦੀ ਹੈਗੀ ਆ, ਉਹਨਾਂ ਨੇ ਇਲੈਕਸ਼ਨ ਡੇ 'ਤੇ ਆ ਕੇ ਉਹਨਾਂ ਨੇ ਆਪਣੀ ਆਵਾਜ਼ ਨੋਨ ਕਰ ਦੇਣੀ ਆ, ਉੱਧਰ ਨੂੰ ਆਪਾਂ ਨੂੰ ਸਾਰਾ ਪਤਾ ਲੱਗੂਗਾ। ਪਰ ਜਿਹੜਾ ਆਪਾਂ ਦੇਖਦੇ ਹਾਂ, ਜਿਹੜਾ 100 ਅਫਸਰ ਕਹਿੰਦੇ ਆ ਆਪਾਂ ਵੀ ਉਹ ਤਿਆਰ ਆ ਵੀ ਓਕੇ ਅਸੀਂ ਇੱਧਰ ਨੂੰ ਆਉਂਗੇ, ਸਰੀ ਪੁਲਿਸ ਲਈ ਕੰਮ ਕਰ ਸਕਦੇ ਹਾਂ, ਤਾਂ ਉਹ ਬਾਕੀ ਦੇ ਜਿਹੜੇ ਉਹ ਸੋਚਦੇ ਆ, ਉਹ ਤਾਂ ਉਹਨਾਂ ਨੇ ਤਾਂ ਆਪਣਾ ਕਈ ਕੁਝ ਸੋਚਣਾ ਹੁੰਦਾ ਆ, ਫੈਮਿਲੀ ਦਾ ਫਿਊਚਰ ਕੀ ਆ, ਜਿਹੜੇ ਪੈਨਸ਼ਨਸ ਵਗੈਰਾ ਹੈਗੀਆਂ ਆ, ਜਿਹੜੇ 30% ਸਬਸਿਡੀ ਜਿਹੜੀ RCMP ਦੇ ਨਾਲ ਆਪਾਂ ਨੂੰ ਮਿਲਦੀ ਆ ਸ਼ਹਿਰ ਨੂੰ, ਸਿਟੀ ਨੂੰ, for having a RCMP police here, federal government 30% ਸਬਸਿਡੀ ਵੀ ਦਿੰਦੀ ਆ, ਉਹ ਵੀ ਚੱਲ ਜਾਣੀ ਆ। ਸੋ ਆਪਾਂ ਨੂੰ ਜਿਹੜਾ ਖਰਚਾ ਦਾ ਮਸਲਾ ਇਹਦੇ ਵਿੱਚ ਹੈਗਾ ਆ ਸਾਰਾ, ਉਹ ਬਹੁਤ ਇੰਪੋਰਟੈਂਟ ਚੀਜ਼ ਆ, ਉਹ ਸਾਰੀ ਸਾਹਮਣੇ ਆਉਣੀ ਚਾਹੀਦੀ ਆ, ਤਾਂ ਉਹ ਆਪਾਂ ਨੂੰ ਧਿਆਨ ਉੱਥੇ ਜ਼ਿਆਦਾ ਦੇਣਾ ਪੈਣਾ। ਜੇ ਮੈਂ ਸਰੀ ਪੁਲਿਸ ਬੋਰਡ ਦੀ ਗੱਲ ਕਰਾਂ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਰਿਪੋਰਟਿੰਗ ਪਬਲਿਕਲੀ ਸਟਾਰਟ ਕਰ ਦੇਣੀ ਆ ਬਜਟ ਦੇ ਬਾਰੇ ਨਵੰਬਰ ਦੇ ਵਿੱਚ, ਉਹਦੇ ਬਾਰੇ ਕੀ ਕਹਿਣਾ? ਜਦੋਂ ਬਜਟ ਦੀ ਡਿਮਾਂਡ ਹੋ ਰਹੀ ਹੈ ਤਾਂ ਹੁਣ ਕਹਿ ਰਹੇ ਨੇ ਕਿ ਅਸੀਂ ਬਜਟ ਅੱਗੇ ਰੱਖਾਂਗੇ ਨਵੰਬਰ ਦੇ ਵਿੱਚ। Well, I think a term ਹੁੰਦਾ ਹੈ a little too late for that, right? ਹੁਣ ਜੇ I applaud their work, ਉਹਨਾਂ ਨੂੰ ਵੀ ਹੁਣ ਜੇ ਤੁਸੀਂ ਦੇਖੋ ਪੁਲਿਸ ਬੋਰਡ ਵੀ ਸਿਰਫ 2 ਮਹੀਨੇ ਹੋਏ ਉਹਨਾਂ ਨੂੰ ਅਪੋਇੰਟ ਹੋਇਆ ਨੂੰ, ਉਹਨਾਂ ਨੂੰ ਹੁਣ ਛੇਤੀ ਦੇਣੀ, ਤੁਸੀਂ ਕਹਿੰਦੇ ਪਈ ਓਕੇ ਟ੍ਰਾਂਜੀਸ਼ਨ ਵੀ ਅਸੀਂ ਛੇਤੀ ਦੇਣੀ ਟਰਾਈ ਕਰਦੇ ਹਾਂ ਕਰਨ ਨੂੰ, ਇਹ ਹੁਣ ਤੁਸੀਂ ਛੇਤੀ ਦੇਣੀ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਆ ਉਹ ਸਾਰੀਆਂ ਮੀਟ ਕਰੋ, ਉਹ ਹੁਣ ਕਹਿੰਦੇ ਅਸੀਂ ਬਜਟ ਦਾ ਰਿਪੋਰਟਿੰਗ ਕਰਨੀ ਆ। ਸੋ ਜਦੋਂ ਉਹ ਸਾਹਮਣੇ ਆਊਗਾ ਬਜਟ, ਫਿਰ ਆਪਾਂ ਦੇਖੂਗੇ ਵੀ ਉਹਦਾ ਐਕਿਊਰੇਸੀ ਕਿੰਨੀ ਹੈਗੀ ਆ, ਉਹ ਬਜਟ ਪ੍ਰਿਪੇਅਰ ਕਿਹਨੇ ਕੀਤਾ, ਉਹ ਵੀ ਫਿਰ ਆਪਾਂ ਨੂੰ ਦੇਖਣਾ ਪੈਣਾ। ਐਂਡ ਕਲੀਅਰਲੀ ਪਈ ਇਹ ਜਿਹੜਾ ਬਜਟ ਹੈਗਾ ਕਿੱਥੋਂ ਬਣਿਆ ਕਿੱਥੋਂ ਆ, ਤਾਂ ਜਦੋਂ ਉਹ ਸਾਹਮਣੇ ਆਊਗਾ ਅਸੀਂ ਸਟੱਡੀ ਕਰੂੰਗੇ ਉਹਨੂੰ, ਤਾਂ ਫਿਰ ਉਸ ਤੋਂ ਬਾਅਦ ਅਸੀਂ ਉਹਦੇ 'ਤੇ ਕਮੈਂਟ ਕਰ ਸਕਦੇ ਹਾਂ ਵੀ ਕੀ ਹੈਗਾ ਬਜਟ ਦੇ ਵਿੱਚ। ਬਟ
ਓਨਲੀ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਜੇ ਤੁਸੀਂ ਦੇਖੋ ਬਜਟ ਆਊਗਾ, then they have December, January, February and March is coming around the corner. ਉਸ ਟਾਈਮ ਦੇ ਵਿੱਚ ਇਹ ਸਾਰਾ ਪੁਲਿਸ ਆਫਸਰ ਵੀ ਇਹਨਾਂ ਨੂੰ 600 ਹੋਰ ਚਾਹੀਦੇ ਆ, ਬਾਕੀ ਸਟਾਫ ਹੋਰ ਕਿੱਥੋਂ ਆਉਣਾ ਆ, ਸੋ they have a lot of work to do. ਅਸੀਂ ਖਬਰਾਂ ਦੇ ਵਿੱਚ ਪਹਿਲਾਂ ਵੀ ਸੁਣਿਆ ਸੀਗੀ ਕਿ ਉਹਨਾਂ ਨੇ ਜਦੋਂ ਜੌਬ ਓਪਨਿੰਗ ਵੀ ਕਰ ਦਿੱਤੀਆਂ ਸੀਗੀਆਂ, ਸੋ ਐਨੀ ਅਪਡੇਟ ਔਨ ਦੈਟ ਕਿ ਜਿਹੜੀਆਂ ਜੌਬਸ ਹੈਗੀਆਂ ਨੇ ਉਹ ਵੀ ਉਹ ਕਹਿ ਰਹੇ ਨੇ ਕਿ ਅਸੀਂ ਲੋਕ ਹਾਇਰ ਕਰ ਰਹੇ ਹੈਗੇ ਆ, ਉਹਨਾਂ ਨੇ ਕਿਹਾ ਕਿ ਅਸੀਂ ਚੀਫ ਵੀ ਲੱਭ ਰਹੇ ਹੈਗੇ ਆ ਕਿ ਜਿਹੜਾ ਉਹ ਛੇਤੀ ਤੋਂ ਛੇਤੀ ਅਸੀਂ ਦੱਸ ਸਕੀਏ ਲੋਕਾਂ ਨੂੰ ਕਿ ਅਸੀਂ ਚੀਫ ਨੂੰ ਲੱਭ ਲਿਆ। ਹਾਂਜੀ, ਸੋ ਜਿਹੜਾ ਚੀਫ ਦਾ ਹੁੰਦਾ ਆ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਮਵਾਲੀ ਉਪਲ ਸਾਹਿਬ ਉਹਨਾਂ ਦੀ ਰਿਪੋਰਟ ਦੇ ਵਿੱਚ ਵੀ ਉਹਨਾਂ ਨੇ ਇੰਡੀਕੇਟ ਕੀਤਾ ਸੀ ਵੀ ਜਿਹੜਾ ਚੀਫ ਦੀ ਰਿਕਰੂਟਮੈਂਟ ਆ ਉਹ ਕਈ ਮਹੀਨੇ ਹੋਣੀ ਚਾਹੀਦੀ ਆ, ਕਰਕੇ ਤੁਸੀਂ ਜੇ ਕੰਪੇਅਰ ਕਰਦੇ ਆ ਅਦਰ ਮਿਊਨਿਸਿਪਲ ਪੁਲਿਸ ਫੋਰਸਿਸ ਜਿਹੜੀਆਂ ਹੈਗੀਆਂ ਇਨ ਵੈਦਰ ਇਟਸ ਅਲਬਰਟਾ ਆਲ ਅਰਾਊਂਡ ਕੈਨੇਡਾ, ਉਹ ਐਟ ਲੀਸਟ 6 months to a year ਲੱਗਦਾ ਉਹਨਾਂ ਨੂੰ ਕੁਆਲੀਫਿਕੇਸ਼ਨਸ ਮੀਟ ਕਰਨ ਲਈ। ਸੋ ਰੀਜਨਲ ਐਕਸਪੀਰੀਅੰਸ ਕਿੰਨਾ ਉਹਨਾਂ ਕੋਲ, ਜਿੱਦਾਂ ਹੁਣ ਸਾਡੇ RCMP ਦੇ ਚੀਫ ਸੁਪਰਡੈਂਟੈਂਡੈਂਟ ਹੈਗੇ ਆ ਔਰ ਈਵਨ ਦਾ ਸੁਪਰਡੈਂਟੈਂਡੈਂਟ, ਉਹਨਾਂ ਕੋਲ ਇੱਥੇ ਓਵਰ 17 years of experience ਆ ਪੁਲਿਸਿੰਗ ਦਾ, not only in city police but in ਆਪਣੇ RCMP as well. ਰੀਜਨਲੀ ਇਹ ਜਿਹੜਾ ਪੂਰਾ ਪੁਲਿਸਿੰਗ ਦਾ ਇਸ਼ੂ ਹੈਗਾ ਆ, ਜਿਹੜੀ ਆਪਾਂ ਰਾਖੀ ਦੀ ਗੱਲ ਕਰ ਰਹੇ ਹਾਂ, ਤੁਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਗੈਂਗ ਵੋਰ ਜਾਂ ਜੋ ਵੀ ਹੈਗਾ, ਆਪਾਂ ਇਹ ਗੱਲਾਂ ਬਾਤਾਂ ਕਾਫੀ ਕਰ ਚੁੱਕੇ ਹਾਂ। ਇਹ ਸਿਰਫ ਸਰੀ ਦੇ ਅਸਰ ਨਹੀਂ ਪੈਂਦਾ, ਇਹ ਆਪਣਾ ਰੀਜਨਲ ਮਸਲਾ ਆ। ਜੇ ਤੁਸੀਂ ਦੇਖੋ ਹੁਣ ਆਪਣੇ ਕੁਛ ਮਹੀਨੇ ਪਹਿਲਾਂ ਸਮਰ ਤੋਂ ਬਾਅਦ ਥੋੜ੍ਹੀਆਂ ਸ਼ੂਟਿੰਗਸ ਵਗੈਰਾ ਵੀ ਹੋਈਆਂ ਸੀ, ਵੈਂਕੂਵਰ ਤੋਂ ਸ਼ੁਰੂ ਹੋ ਕੇ ਐਬਸਫੋਰਡ, ਉਹ ਵੀ ਮਿਊਨਿਸਿਪਲ ਪੁਲਿਸਿਸ ਹੈਗੀਆਂ, ਇੱਥੇ ਸਰੀ ਦੇ ਵਿੱਚ ਵੀ ਹੋਇਆ। ਇਹ ਆਪਾਂ ਨੂੰ ਸਾਰਾ ਏਰੀਆ ਦੇਖਣਾ ਪੈਣਾ ਆ, ਇੱਥੇ ਕੋਈ ਕ੍ਰਾਈਮ ਦਾ ਜਿਹੜਾ ਬਾਰਡਰ ਹੈ ਨਹੀਂ। ਮਿਸਟਰ ਬੇਸ, ਜਿਵੇਂ ਹੁਣ ਤੁਸੀਂ ਕਿਹਾ ਕਿ ਕ੍ਰਾਈਮ ਦਾ ਬਾਰਡਰ ਨਹੀਂ ਹੈਗਾ, ਵੈਨਕੂਵਰ ਦੇ ਵਿੱਚ ਵੀ ਸ਼ੂਟਿੰਗ ਹੋਈਆਂ ਨੇ, ਐਬਸਫੋਰਡ ਦੇ ਵਿੱਚ ਵੀ ਸ਼ੂਟਿੰਗ ਹੋਈਆਂ ਨੇ, ਪਰ ਹੁਣ ਅਸੀਂ ਪਿਛਲੇ 3 ਵੀਕ ਦੀ ਵੀ ਗੱਲ ਕਰ ਲਈਏ ਤੇ ਸਾਡੇ ਕੋਲ RCMP ਜਿਹੜੀ ਆਲਰੇਡੀ ਕੰਮ ਕਰ ਰਹੀ ਹੈਗੀ ਹੈ, ਪਰ ਪਿਛਲੇ 3 ਵੀਕ ਦੇ ਵਿੱਚ ਹੀ 20 ਸ਼ੂਟਿੰਗਸ ਸਾਡੀ ਸਰੀ ਦੇ ਵਿੱਚ ਹੋ ਚੁੱਕੀਆਂ ਨੇ, ਉਹਦੇ ਬਾਰੇ ਕੀ ਕਹੋਗੇ? ਯਾ ਸੋ ਉਹੀ ਮੈਂ ਕਹਿ ਰਿਹਾ ਹਾਂ ਵੀ ਇਹ ਸਿਰਫ ਸਰੀ ਦੇ ਵਿੱਚ ਨਹੀਂ ਹੋਇਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਕਨੈਕਟਡ ਹਰ ਇੱਕ ਮਿਊਨਿਸਪੈਲਿਟੀ ਤੇ ਹੁੰਦੀਆਂ ਆ। ਸੋ ਇਹਦੇ ਵਿੱਚ ਜੇ ਤੁਸੀਂ RCMP ਦਾ ਰੈਕਡ ਦੇਖੋ ਜਾਂ ਦੂਜੇ ਪੁਲਿਸ ਫੋਰਸਿਸ ਦਾ ਰੈਕਡ ਦੇਖੋ, ਡਾਟਾ ਸ਼ੋ ਕਰ ਰਿਹਾ ਆ ਵੀ ਐਕਚੁਅਲੀ ਸਰੀ RCMP ਦੀ ਜਿਹੜੀ ਇਨਵੈਸਟੀਗੇਸ਼ਨ ਰੇਟ ਆ, ਉਹ ਕੇਸਿਸ ਕਲੋਜ਼ ਕਰਨ ਦਾ ਰੇਟ ਆ, ਉਹ ਐਕਚੁਅਲੀ ਸਟਰੋਂਗਰ ਆ, ਬਿਕਾਜ਼ ਇਹਨਾਂ ਕੋਲ ਰਿਸੋਰਸ ਹੈਗੀ ਆ। ਸਾਡੇ RCMP ਜਿਹੜੀ ਪੁਲਿਸ ਫੋਰਸ ਹੈਗੀ ਆ ਉਹਦੇ ਕੋਲ ਰਿਸੋਰਸਿਸ ਜ਼ਿਆਦਾ ਆ, ਫੋਰੈਂਸਿਕਸ ਲੈਬਸ ਜ਼ਿਆਦਾ ਆ, ਇਨਵੈਸਟੀਗੇਟਿਵ ਸਟਰੈਂਥ ਉਹਨਾਂ ਦੀ ਹੈਗੀ ਇਨਵੈਸਟੀਗੇਸ਼ਨਸ ਦੇ ਵਿੱਚ। ਬਿਲਕੁਲ, ਨਾਲ ਹੁਣ ਜਿਵੇਂ ਮੈਂ ਚੀਫ ਦੀ ਗੱਲ ਕੀਤੀ ਸੀ, ਰਿਪੋਰਟਸ ਇੱਕ ਹੋਰ ਆਈਆਂ ਸੀਗੀਆਂ ਕਿ ਆਲਰੇਡੀ ਚੀਫ ਜਿਹੜਾ ਹੈਗਾ ਉਹਨੂੰ ਅਪਾਇੰਟ ਕਰ ਦਿੱਤਾ ਗਿਆ, ਜਾਂ ਬਹੁਤ ਸਾਰੇ ਐਲੀਗੇਸ਼ਨਸ ਸਾਹਮਣੇ ਆਏ ਸੀ, ਉਹਨਾਂ ਬਾਰੇ ਕੀ ਕਹੋਗੇ? ਕਿਉਂਕਿ ਜੋ ਪ੍ਰੈਜ਼ੀਡੈਂਟ ਹੈਗੇ ਬ੍ਰਾਇਨ ਸੋਵੇ, ਉਹਨਾਂ ਨੇ ਵੀ ਸਟੇਟਮੈਂਟ ਰਿਲੀਜ਼ ਕੀਤੀ ਹੈ ਇਹਦੇ ਰਿਗਾਰਡਿੰਗ। ਹਾਂਜੀ, ਸੋ ਜਿੱਦਾਂ ਆਪਣੇ ਬ੍ਰਾਇਨ ਸੋਵੇ ਉਹਨਾਂ ਨੇ ਕਿਹਾ ਆ, ਸਾਡੇ ਪ੍ਰੈਜ਼ੀਡੈਂਟ ਨੇ, ਵੀ ਅਸੀਂ ਕਾਫੀ ਸ਼ੌਕਡ ਹਾਂ ਜਿਹੜੇ ਐਲੀਗੇਸ਼ਨਸ ਐਕਚੁਅਲੀ ਜਿਹੜੇ ਮੋਰੇ ਸਾਹਮਣੇ ਇਸ ਵੇਲੇ ਆਏ ਆ, ਉਹ ਬਹੁਤ ਜ਼ਬਰਦਸਤ ਐਲੀਗੇਸ਼ਨਸ ਹੈਗੇ ਆ। ਉਹਦੇ ਵਿੱਚ ਦੱਸਿਆ ਗਿਆ ਸੀ ਵੀ ਐਫੀਡੇਵਿਟ ਸਾਹਮਣੇ ਆਇਆ, ਤਾਂ ਉਹਦੇ ਵਿੱਚ ਇੰਨਾ ਦੱਸਿਆ ਗਿਆ ਆ ਵੀ ਬਿਹਾਈਂਡ ਇਹ ਜਿਹੜੇ ਟ੍ਰਾਂਜੀਸ਼ਨ ਦੇ ਜਿਹੜੀਆਂ ਮੀਟਿੰਗਸ ਹੋਈਆਂ ਅੱਜ ਤੱਕ, ਕਈ ਹੋਰ ਵੀ ਮੈਂਬਰਸ ਇਨਵੋਲਵਡ ਸੀਗੇ ਉਹਦੇ ਵਿੱਚ, ਤਾਂ ਉਹਨਾਂ ਨੇ ਕਿਹਾ ਵੀ ਅਸੀਂ ਚੀਫ ਚੁਣ ਲਿਆ। ਸੋ ਇਹ ਜੇ ਤੁਸੀਂ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਹੁਣ ਉਹ ਹੋ ਰਹੀ ਆ, ਇਸ ਗੱਲ ਨੂੰ ਦੇਖ ਰਹੇ ਆ ਜਿਹੜੇ ਆਪਣੇ ਇਨਵੈਸਟੀਗੇਟਰਸ ਜਿਹੜੇ ਹੈਗੇ ਅਟੈਚਡ ਟੂ ਦਿਸ ਇਸ਼ੂ ਨਾਓ, ਉਹ ਦੇਖ ਰਹੇ ਆ ਵੀ ਇਹ ਬ੍ਰੀਚ ਆਫ ਟਰਸਟ ਹੈਗਾ ਆ ਇੱਥੇ। ਇਨਫਲੂਐਂਸ, ਪੋਲੀਟੀਕਲ ਇਨਫਲੂਐਂਸ ਜੇ ਕੋਈ ਹੈਗਾ ਆ ਤਾਂ ਉਹ ਬਹੁਤ ਸਟਰੋਂਗ ਐਲੀਗੇਸ਼ਨ ਹੁੰਦੀ ਆ। ਸੋ ਉਹ ਵੀ ਜਿੱਥੇ ਤੱਕ ਇਨਵੈਸਟੀਗੇਸ਼ਨ ਹੋ ਰਹੀ ਆ, ਜਿੱਦਾਂ ਗੱਲ ਸਾਹਮਣੇ ਆਊਗੀ ਉਸ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਜ਼ਿਆਦਾ ਕਮੈਂਟ ਕਰ ਸਕਦੇ ਹਾਂ। ਪਰ ਇਸ ਵੇਲੇ ਆਈ ਥਿੰਕ ਜਿਹੜਾ ਪਬਲਿਕ ਨੂੰ ਇੰਨਾ ਧਿਆਨ ਥੋੜ੍ਹਾ ਜਿਹਾ ਦੇਣਾ ਚਾਹੀਦਾ ਆ ਵੀ ਇਹ ਜਿਹੜਾ ਟ੍ਰਾਂਜੀਸ਼ਨ ਆ ਵੀ ਰਸ਼ ਕਾਤੇ ਹੋ ਰਿਹਾ ਆ, ਤਾਂ ਜੇ ਇਹ ਡਿਸੀਜਨਸ ਆਲਰੇਡੀ ਬਣ ਚੁੱਕੀਆਂ ਆ, ਕਾਤੇ ਚੀਫ, ਜੇ ਆਪਾਂ ਅਵਾਲੀਓਪੋ ਸਾਹਿਬ ਨੇ ਕਿਹਾ ਵੀ 6-7 ਮਹੀਨੇ ਲੱਗਣੇ ਚਾਹੀਦੇ ਚੀਫ ਕਰੈਕਟ ਚੀਫ ਨੂੰ ਚੁਣਨ ਲਈ, ਤਾਂ ਜਿਹੜੇ ਪਿੱਛੇ ਪੋਲੀਟੀਕਲ ਇਨਫਲੂਐਂਸ ਕਰ ਰਹੇ ਆ ਤਾਂ ਉਹ ਕਾਤੇ ਚਾਹੁੰਦੇ ਵੀ ਇਹ ਚੀਫ ਉਹਨਾਂ ਨੇ ਚੁਣਿਆ ਕਾਤੇ ਆ,
ਤਾਂ ਹੋਰ ਸਵਾਲ ਉੱਠ ਰਹੇ ਆ ਹੁਣ ਇਸ ਜੀ, ਵੇਲੇ। ਬਿਲਕੁਲ। ਸੋ ਇਹਦੇ ਨਾਲ ਆਪਾਂ ਨੂੰ ਹੁਣ ਅੱਗੇ ਗਾਹਾਂ ਆਪਾਂ ਨੂੰ ਦੇਖਣਾ ਪੈਣਾ ਵੀ ਇਹਦਾ ਰਿਜ਼ਲਟ ਕੀ ਆ। ਮਿਸਟਰ ਬੈਂਸ, ਜਿੱਦਾਂ ਤੁਸੀਂ ਕਿਹਾ ਖਾਂ ਦੇਖਣਾ ਪੈਣਾ ਕਿ ਇਹਦਾ ਰਿਜ਼ਲਟ ਕੀ ਹੈ, ਆਰ ਯੂ ਪਲੈਨਿੰਗ ਟੂ ਡੂ ਮੋਰ ਸਰਵੇਜ਼ ਅਗੇਨ? ਐਟ ਦਿਸ ਟਾਈਮ ਹੁਣ ਸਾਨੂੰ ਇੱਕ ਤਾਂ ਸਰਵੇ ਸਾਨੂੰ ਆਪਣੇ ਸਾਹਮਣੇ ਆ ਜਾਣਾ ਆ, ਅਕਤੂਬਰ 24 ਤਰੀਕ ਨੂੰ ਸਰਵੇ ਆ ਜਾਣਾ ਆ ਜੀ, ਬਿਗ ਸਰਵੇ, ਰਾਈਟ, ਦੈਟਸ ਅ ਬਿਗ ਸਰਵੇ। ਪਬਲਿਕ ਦੀ opinion that can turn the tables, ਰਾਈਟ। ਸੋ ਉੱਥੇ ਪਬਲਿਕ opinion ਦਾ ਪਤਾ ਲੱਗ ਜਾਣਾ ਆਪਾਂ ਨੂੰ ਵੀ ਕੀ ਲੋਕੀ ਅਸਲੀ ਸਪੈਸ਼ਲੀ ਇੱਥੇ ਆਪਣੇ ਸਰੀ ਦੇ ਸ਼ਹਿਰ ਦੇ ਵਿੱਚ ਦੇਖਣਾ ਪਊਗਾ ਵੀ ਲੋਕਾਂ ਦੇ ਜੇ ਅਸਲੀ ਲੋਕ ਚਾਹੁੰਦੇ ਵੀ ਰੈਫਰੈਂਡਮ ਹੋਵੇ ਤਾਂ ਉਹ ਤਾਂ ਆਪਣੇ ਸਾਹਮਣੇ ਆ ਜਾਣਾ ਆ ਵੀ ਲੋਕਾਂ ਦੀ ਕੀ ਡਿਸੀਜਨ ਹੈਗੀ ਆ। ਤਾਂ ਬਾਕੀ ਉਸ ਤੋਂ ਬਾਅਦ ਸਾਡਾ ਤਾਂ ਕੰਮ ਅਸੀਂ ਕੰਟੀਨਿਊ ਕਰੂੰਗੇ। ਜਿਹੜੇ ਸਵਾਲ ਅਸੀਂ ਉਠਾਉਣੇ ਆ ਅਸੀਂ ਉਠਾਉਂਗੇ। ਹੋਰ ਹੁਣ ਜਿੱਦਾਂ ਆਹ ਐਲੀਗੇਸ਼ਨ ਸਾਹਮਣੇ ਆਏ ਆ ਇਹਦੇ ਵਿੱਚ ਅਸੀਂ ਜ਼ਿਆਦਾ ਹੁਣ ਧਿਆਨ ਦੇਣਾ ਆ ਵੀ ਇੱਥੇ ਕੀ ਹੋਇਆ, ਇਹ ਡਿਸੀਜਨਸ ਕਿੱਦਾਂ ਬਣੀਆਂ ਕਰਕੇ। ਇਹ ਵਾਂਸ ਅਗੇਨ ਆਪਾਂ ਨੂੰ ਜਿਹੜਾ ਸਾਡਾ ਫੋਕਸ ਹੈਗਾ ਆ ਵੀ ਨੈਸ਼ਨਲ ਪੁਲਿਸ ਫੈਡਰੇਸ਼ਨ ਦਾ, ਇਹ ਹੈਗਾ ਆ ਸਾਡੇ ਪੁਲਿਸ ਆਫਿਸਰਸ ਦੀ ਰਾਖੀ ਦਾ, ਬਾਕੀ ਸੇਫਟੀ ਕਮਿਊਨਿਟੀ ਦੀ ਕਿੱਦਾਂ ਬੈਸਟ ਅਸੀਂ ਕਰ ਸਕਦੇ ਹਾਂ, ਅਸੀਂ ਸਰਵ ਕਰਨਾ ਚਾਹੁੰਦੇ ਹਾਂ। ਸੋ ਦੈਟਸ ਆਵਰ ਫੋਕਸ। ਜੀ ਬਿਲਕੁਲ, ਥੈਂਕ ਯੂ ਸੋ ਮਚ। ਤੁਸੀਂ ਟਾਈਮ ਟੂ ਟਾਈਮ ਸਾਨੂੰ ਇਨਫੋਰਮੇਸ਼ਨ ਦਿੰਦੇ ਰਹਿੰਦੇ ਹੋ ਤੇ ਹੋਪਫੁਲੀ ਕਿ ਜੋ ਰਿਜ਼ਲਟ ਹੈਗਾ ਆ ਇਲੈਕਸ਼ਨਸ ਦਾ ਉਸ ਤੋਂ ਬਾਅਦ ਰੈਫਰੈਂਡਮ ਹੋਣਾ ਨਹੀਂ ਹੋਣਾ ਇਹ ਸਭ ਕੁਝ ਡਿਪੈਂਡ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਨਾਲ ਸਰੀ ਦੇ ਲੋਕਾਂ ਦੇ ਲਈ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਤੁਹਾਡੀ। ਬਿਲਕੁਲ, ਮਿਸਟਰ ਪਰਮ ਬੇਂਸ ਦੇ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਦੱਸਿਆ ਹੈ ਕਿ ਬਹੁਤ ਸਾਰੇ ਸਵਾਲ ਨੇ ਸਰੀ ਪੁਲਿਸ ਨੂੰ ਲੈ ਕੇ ਕਿ ਸਰੀ ਪੁਲਿਸ ਦੀ ਟ੍ਰਾਂਜੀਸ਼ਨ ਕਿਸ ਤਰ੍ਹਾਂ ਹੋਏਗੀ, ਬਜਟ ਕੀ ਹੋਏਗਾ, ਲੋਕ ਚੀਫ ਕੀ ਹੋਏਗਾ, ਉਹਨਾਂ ਇੰਨੇ EMPLOYEES ਕਿਸ ਤਰ੍ਹਾਂ ਆਉਣਗੇ, ਕੀ ਉਹਦਾ ਮਾਡਲ ਹੋਊਗਾ, ਕੀ ਫਰੇਮਵਰਕ ਹੋਊਗਾ। ਦੂਜੇ ਪਾਸੇ ਉਹ ਲੋਕ ਵੀ ਹੈਗੇ ਨੇ ਜਿਹੜੇ ਸਰੀ ਦੀ ਆਪਣੀ ਪੁਲਿਸ ਚਾਹੁੰਦੇ ਨੇ, ਜਿਹੜੇ ਚਾਹੁੰਦੇ ਨੇ ਕਿ ਸਰੀ ਦੀ ਆਪਣੀ ਪੁਲਿਸ ਹੋਵੇ। ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਨੈਸ਼ਨਲ ਪੁਲਿਸ ਫੈਡਰੇਸ਼ਨ ਨੂੰ ਆਪਣੇ ਕਮੈਂਟਸ ਦੱਸ ਸਕਦੇ ਹੈਗੇ, ਉਹਨਾਂ ਨੂੰ ਈਮੇਲ ਕਰ ਸਕਦੇ ਹੈਗੇ ਹੋ। ਸਰੀ ਦੇ ਵਿੱਚ ਹੁਣ ਇਲੈਕਸ਼ਨ ਵੀ ਹੋਣ ਰਹੇ ਨੇ, ਖਾਸ ਕਰਕੇ BC ਦੇ ਵਿੱਚ, ਤੇ ਸਰੀ ਦੇ ਵਿੱਚ ਜਿਹੜਾ ਇਲੈਕਸ਼ਨ ਦਾ ਇਸ਼ੂ ਹੈਗਾ ਆ ਉਹ ਹੈ ਸਰੀ ਦੀ ਪੁਲਿਸ ਦੀ ਟ੍ਰਾਂਜੀਸ਼ਨ। ਕਿ ਸਰੀ ਦੀ ਪੁਲਿਸ ਆਉਣੀ ਚਾਹੀਦੀ ਹੈ ਕਿ RCMP ਰਹਿਣੀ ਚਾਹੀਦੀ ਹੈ। ਤੁਸੀਂ ਕਿਸ ਪਾਰਟੀ ਨੂੰ ਸਪੋਰਟ ਕਰਦੇ ਹੋ ਪੂਰਾ ਦੇਖ ਕੇ, ਇਨਫੋਰਮੇਸ਼ਨ ਲੈ ਕੇ ਫਿਰ ਹੀ ਵੋਟ ਕਰਨ ਜਾਇਓ, ਕਿਉਂਕਿ ਵੋਟਾਂ ਜਿਹੜੀਆਂ ਨੇ 24 ਤਰੀਕ ਨੂੰ ਹੈਗੀਆਂ ਨੇ। RCMP ਆਉਂਦੀ ਹੈ ਕਿ ਸਰੀ ਪੁਲਿਸ ਆਉਂਦੀ ਹੈ ਸਰੀ ਦੇ ਵਿੱਚ, ਇਸ ਬਾਰੇ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਵਾਂਗੇ। ਦੇਖਦੇ ਰਹੋ FYI ਮੀਡੀਆ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।